ਰੁਕੀ ਚਾਲ ਜਦ ਚੱਲਦੇ ਸਾਹਾਂ ਦੀ, ਕੌਲ ਟੁੱਟ ਗਿਆ ਕੁੱਲ ਜ਼ਿੰਮੇਵਾਰੀਆਂ ਦਾ। ਮੌਤ ਪ੍ਰਾਹੁਣੀ ਨੇ ਦਿੱਤੀ ਜਦ ਆਣ ਦਸਤਕ, ਲੈ ਗਿਆ ਭਾਰ ਤਦ ਕਬੀਲਦਾਰੀਆਂ ਦਾ। ਭਰਮ ਦੇ ਝੱਖੜਾਂ ਢਾਇਆ ਕਿਲਾ ਸਿਆਣਪਾਂ ਦਾ, ਮੁੱਲ ਪਿਆ ਨਹੀਂ ਕੀਤੀਆਂ ਹੁਸ਼ਿਆਰੀਆਂ ਦਾ। ਖਾਲੀ ਹੱਥ ਉੱਠ ਤੁਰਿਆ ਇਸ ਸੰਸਾਰ ਵਿੱਚੋਂ ਅਮਨ, ਬੰਦਾ ਛੱਡ ਕੇ ਰਸੂਖ ਸਰਦਾਰੀਆਂ ਦਾ, ਬੰਦਾ ਛੱਡ ਕੇ ਰਸੂਖ ਸਰਦਾਰੀਆਂ ਦਾ। ਚੈਨਲ ਤੂੰ ਸਤ ਅਖੰਡ ਜੋਤ ਤੇ ਪ੍ਰੋਗਰਾਮ ਸੁਗੜ ਵਿਚਾਰ ਵੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਸੁਗੜ ਵਿਚਾਰ ਵਿੱਚ ਜੋ ਅੱਜ ਮੇਰੇ ਬੋਲਣ ਦਾ ਪਹਿਲੂ ਹੈ ਉਹ ਹੈ ਕੋਹਲੂ ਦਾ ਬੈਲ। ਪਵਨ ਪਾਣੀ ਬੈਸੰਤਰ ਰਕਤ ਬਿੰਦ ਨਾਮਕ ਪੰਜਾਂ ਤੱਤਾਂ ਦੇ ਸੰਗਠਿਤ ਰੂਪ ਤੋਂ ਤਿਆਰ ਹੁੰਦੀ ਹੈ ਕਾਇਆ ਰੂਪ ਬੰਤਰ, ਭਾਵ ਕਿ ਇਨਸਾਨ ਨਾਮੀ ਮਿੱਟੀ ਦਾ ਪੁਤਲਾ ਜਿਸ ਨੂੰ ਜੀਵਤ ਰੂਪ ਦਿੰਦੀ ਹੈ ਪਰਮਾਤਮਾ ਦੀ ਅੰਸ਼ ਆਤਮਾ। ਮਿੱਟੀ ਦੇ ਪੁਤਲੇ 'ਚ ਟਿਕਾਣਾ ਕਰ ਇਸ ਕਾਇਆ ਰੂਪ ਮਿੱਟੀ 'ਚ ਜਾਨ ਫੂਕਦੀ ਹੈ ਤੇ ਇਸ ਨੂੰ ਜਿਉਂਦਾ ਕਰਦੀ ਹੈ। ਜੇ ਵੇਖਿਆ ਜਾਵੇ ਤਾਂ ਇਹ ਸਾਰੀ ਪ੍ਰਕਿਰਿਆ ਇੱਕ ਕਿਸਮ ਨਾਲ ਦ੍ਰਿਸ਼ਟਮਾਨ ਸੰਸਾਰ ਦੇ ਦ੍ਰਿਸ਼ਟਮਾਨ ਪਸਾਰੇ ਨੂੰ ਤੱਕਦੀ ਇਨਸਾਨ ਦੀ ਅੱਖ ਤੋਂ ਓਲੇ ਹੁੰਦੀ ਹੈ ਤੇ ਫਿਰ ਦ੍ਰਿਸ਼ਟਮਾਨ ਪਸਾਰੇ ਨੂੰ ਨਿਹਾਰਦੀਆਂ ਸਾਡੀਆਂ ਅੱਖੀਆਂ ਤੋਂ ਓਲੇ ਹੁੰਦੀ ਇਸ ਸਾਰੀ ਪ੍ਰਕਿਰਿਆ ਦਾ ਨਤੀਜਾ, ਭਾਵ ਕਿ ਇਨਸਾਨ ਇਸ ਦ੍ਰਿਸ਼ਟਮਾਨ ਪਸਾਰੇ ਦਾ ਅੰਗ ਬਣਦਾ ਹੈ ਤਾਂ ਪੰਜਾਂ ਤੱਤਾਂ ਦੀ ਕਾਇਆ ਪੰਜਾਂ ਤੱਤਾਂ ਵਾਲੇ ਪਰਿਆਵਰਨ 'ਚ ਆ ਕੇ ਨਿਵਾਸ ਕਰਦੀ ਹੈ। ਹੁਣ ਜਦ ਪੰਜਾਂ ਤੱਤਾਂ ਦੀ ਕਾਇਆ ਨੇ ਭਾਵ ਕਿ ਇਨਸਾਨ ਨੇ ਪੰਜਾਂ ਤੱਤਾਂ ਦੇ ਪਰਿਆਵਰਨ 'ਚ ਨਿਵਾਸ ਕੀਤਾ ਤਾਂ ਜਿੱਥੇ ਇਸ ਦੇ ਖਾਣ ਪੀਣ ਦਾ ਆਹਾਰ ਦਾ ਕਾਇਆ ਰੂਪ ਭਾਂਡੇ ਦੇ ਪਾਲਣ ਪੋਸ਼ਣ ਦਾ ਆਧਾਰ ਤੱਤ ਬਣੇ, ਉੱਥੇ ਹੀ ਇਸ ਦੀ ਸਾਂਝ ਭਿਆਲੀ ਰਿਸ਼ਤੇਦਾਰੀ ਵੀ ਤੱਤਾਂ ਨਾਲ ਭਾਵ ਕੇ ਤੱਤਵੰਸ਼ੀ ਲੋਕ ਨਾਲ ਪੈ ਗਈ, ਜਿਸ ਕਰਕੇ ਆਹਿਸਤਾ ਆਹਿਸਤਾ ਕਰ ਜਿਉਂ-ਜਿਉਂ ਇਨਸਾਨ ਦਾ ਤੱਤ ਰੂਪ ਭਾਵ ਕੇ ਸਰੀਰ ਵੱਡਾ ਹੋਇਆ ਤਿਉਂ-ਤਿਉਂ ਇਸ ਦਾ ਰੁਝਾਨ ਤੱਤਾਂ ਵੱਲ ਜਾਣੀ ਕਿ ਸੰਸਾਰ ਵੱਲ ਹੁੰਦਾ ਗਿਆ ਤੇ ਇਹ ਪੂਰਨ ਰੂਪ 'ਚ ਸੰਸਾਰੀ ਬਸ਼ਿੰਦਾ ਬਣ ਸੰਸਾਰ ਨਾਲ ਜੁੜ ਗਿਆ ਤੇ ਸੰਸਾਰ ਨੂੰ ਸੰਸਾਰੀ ਜੀਵਨ ਨੂੰ ਹੀ ਆਪਣਾ ਸਾਰਾ ਕੁਝ ਸਮਝਣ ਲੱਗ ਗਿਆ, ਜਿਸ ਦੇ ਫਲ ਸਰੂਪ ਸੰਸਾਰ ਹੀ ਇਸ ਦਾ ਮਕਸਦ ਬਣ ਗਿਆ, ਸੰਸਾਰ ਹੀ ਇਸ ਦਾ ਮਨੋਰਥ ਹੋ ਗਿਆ। ਹੁਣ ਜਦੋਂ ਸੰਸਾਰ ਮਕਸਦ ਬਣ ਗਿਆ, ਸੰਸਾਰ ਮਨੋਰਥ ਹੋ ਗਿਆ, ਸੰਸਾਰੀ ਪ੍ਰਾਪਤੀ ਟੀਚਾ ਬਣ ਗਈ ਤਾਂ ਜ਼ਾਹਿਰ ਜਹੀ ਗੱਲ ਹੈ ਕਿ ਇਨਸਾਨ ਦੀ ਜੱਦੋ ਜਹਿਦ, ਇਨਸਾਨ ਦੀ ਮਿਹਨਤ ਮੁਸ਼ੱਕਤ ਵੀ ਸੰਸਾਰ ਵੱਲ ਹੀ ਹੋਵੇਗੀ, ਕਿਉਂਕਿ ਬੰਦਾ ਸੁਭਾਵਕ ਹੀ ਆਪਣੇ ਮਨੋਰਥ ਨੂੰ ਪੂਰੀਆਂ ਕਰਨ ਲਈ, ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਦਾ ਹੈ। ਚਲਾਏਮਾਨ ਸੰਸਾਰ ਦਾ ਅੰਗ ਹੋਣ ਕਰਕੇ ਤੇ ਉੱਤੋਂ ਆਪਣੀਆਂ ਲੋੜਾਂ ਜ਼ਰੂਰਤਾਂ ਦੀ ਸਮਝ ਹੋਣ ਕਰਕੇ ਕਰਮ ਰੂਪ 'ਚ ਅੱਗੇ ਵਧਣਾ ਸੁਭਾਵਕ ਹੈ। ਪਰ ਇਸ ਪ੍ਰਕਾਰ ਸੰਸਾਰੀ ਹਸਰਤਾਂ ਨੂੰ ਸੰਸਾਰ ਨੂੰ ਮਕਸਦ ਬਣਾ, ਸੰਸਾਰੀ ਚਾਹਤਾਂ ਖਵਾਇਸ਼ਾਂ ਤ੍ਰਿਸ਼ਨਾਵਾਂ ਨੂੰ ਮਨੋਰਥ ਬਣਾ ਕੇ ਜਿਉਂਦਾ ਬੰਦਾ ਕਰਦਿਆਂ ਵਕਤ ਦੀ ਚਲਾਏਮਾਨ ਚਾਲ 'ਚ ਚੱਲਦਿਆਂ ਉਸ ਪਲ ਤੱਕ ਪਹੁੰਚ ਜਾਂਦਾ ਹੈ ਜਿਸ ਬਾਰੇ ਭਗਤ ਫਰੀਦ ਜੀ ਫਰਮਾਨ ਕਰਦੇ ਹਨ, ਵੇਖੋ ਬੰਦਾ ਚੱਲਿਆ ਚੌਹ ਜਣਿਆਂ ਦੇ ਕੰਨ। ਹੁਣ ਨਿਸ਼ਚਿਤ ਰੂਪ ਘਟਣ ਵਾਲੀ ਅਖੀਰੀ ਘਟਨਾ ਘਟਦੀ ਹੈ ਤੇ ਬੰਦਾ ਸੰਸਾਰ ਛੱਡ ਕੇ ਚਲਾ ਜਾਂਦਾ ਹੈ, ਪਰ ਲੈ ਕੇ ਕੀ ਜਾਂਦਾ? ਕੁਝ ਵੀ ਨਹੀਂ। ਗੁਰੂ ਗੁਰਬਾਣੀ ਦਾ ਵਾਕ ਹੈ, ਨਾ ਇਹ ਤਨ ਜਾਏਗਾ ਨਾ ਜਾਹੇਗੇ ਖੰਭ। ਅੱਜ ਹੱਥ ਖਾਲੀ ਨੇ, ਖੀਸੇ 'ਚ ਕੁਝ ਨਹੀਂ ਹੈ, ਪਰ ਸਫਰੀ ਬਣ ਸਫ਼ਰ 'ਚ ਅੱਗੇ ਤੁਰਨਾ ਪੈ ਰਿਹਾ ਕਿਉਂਕਿ ਮੰਜ਼ਿਲ ਪ੍ਰਾਪਤ ਨਹੀਂ ਹੋਈ। ਜੇ ਕਿਤੇ ਗੌਰ ਨਾਲ ਵੇਖੀਏ ਉਸ ਕੋਹਲੂ ਦੇ ਬੈਲ ਨੂੰ ਜਿਸ ਨੂੰ ਅੱਖਾਂ ਤੇ ਪੱਟੀ ਬੰਨ੍ਹ ਸੋਟੀ ਮਾਰ ਹਿੱਕ ਦਿੱਤਾ ਜਾਂਦਾ ਹੈ, ਕੋਹਲੂ ਦੁਆਲੇ ਗੇੜੇ ਕੱਢਣ ਲਈ ਉਹ ਸਾਰਾ ਦਿਨ ਕੋਹਲੂ ਦੁਆਲੇ ਘੁੰਮਦਾ ਮੀਲਾਂ ਦੇ ਮੀਲ ਪੈਂਡਾ ਤੈਅ ਕਰਦਾ। ਸਾਰਾ ਦਿਨ ਚੱਲਦਾ ਥੱਕ ਜਾਂਦਾ ਹੈ ਤੇ ਸੋਚਦਾ ਹੈ, ਅੱਜ ਮੈਂ ਬੜਾ ਪੈਂਡਾ ਤੈਅ ਕੀਤਾ, ਅੱਜ ਤਾਂ ਮੈਂ ਚੋਖਾ ਸਫ਼ਰ ਮੁਕਾ ਲਿਆ ਹੋਣਾ। ਪਰ ਜਦੋਂ ਤਰਕਾਲਾਂ ਵੇਲੇ ਅੱਖਾਂ ਤੋਂ ਪੱਟੀ ਖੁੱਲ੍ਹਦੀ ਹੈ ਤਾਂ ਜਕੜਿਆ ਉਸੇ ਕੋਹਲੂ ਦੀ ਪੰਜਾਲੀ ਨਾਲ ਹੁੰਦਾ ਜਿਸ ਨਾਲ ਦਿਨ ਚੜ੍ਹਦੇ ਬੰਨ੍ਹ ਦਿੱਤਾ ਗਿਆ ਸੀ। ਇਸ ਲਈ ਪਹੁੰਚ ਕਿਤੇ ਵੀ ਨਹੀਂ ਹੋਇਆ ਕਿਉਂਕਿ ਜਿੰਨਾ ਰਾਹਾਂ ਦੀ ਸਾਰਾ ਦਿਨ ਧੂੜ ਫੱਕੀ ਸੀ ਉਹ ਰਾਹ ਘੁੰਮ ਘੁਮਾ ਕੇ ਕੋਹਲੂ ਦੇ ਘੇਰੇ ਤੋਂ ਬਾਹਰ ਹੀ ਨਹੀਂ ਗਏ। ਠੀਕ ਕੁਝ ਇਸੇ ਹੀ ਤਰ੍ਹਾਂ ਦੀ ਦਰਦਨਾਕ ਹਾਲਤ ਹੁੰਦੀ ਹੈ ਸਾਡੀ ਸੰਸਾਰੀ ਜੀਵਾਂ ਦੀ ਜਦੋਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਵਾਲੀ ਘਟਨਾ ਘਟਦੀ ਹੈ। ਸਾਡਾ ਜਨਮ ਹੁੰਦਾ ਹੈ, ਲਿਵ ਪਰਮਾਤਮਾ ਨਾਲੋਂ ਟੁੱਟਦੀ ਹੈ ਤੇ ਜੁੜ ਜਾਂਦੀ ਹੈ ਸੰਸਾਰੀ ਤ੍ਰਿਸ਼ਨਾਵਾਂ ਨਾਲ। ਅੱਖਾਂ ਤੇ ਮਾਇਆ ਦੀ ਪੱਟੀ ਵੱਜ ਜਾਂਦੀ ਹੈ ਤੇ ਮਾਇਆਵੀ ਪ੍ਰਭਾਵਾਂ ਦੀ ਸੋਟੀ ਮੋਹ ਦੀ ਮਿੱਠੀ ਜਿਹੀ ਸੱਟ ਮਾਰ ਜੀਵ ਨੂੰ ਹੌਲੀ ਜਿਹੀ ਨਾਲ ਹਿੱਕ ਕੇ ਚਾਹਤਾਂ ਖਵਾਇਸ਼ਾਂ ਤ੍ਰਿਸ਼ਨਾਵਾਂ ਦੀ ਸੰਸਾਰੀ
ਹਸਰਤਾਂ ਦੀ ਪੰਜਾਲੀ ਪਾ ਕੇ ਸੰਸਾਰੀ ਗੱਲਾਂ ਬਾਤਾਂ 'ਚ ਸੰਸਾਰੀ ਵਰਤੋਂ, ਵਿਹਾਰ ਦੀਆਂ ਸਾਂਝਾਂ 'ਚ ਸੰਸਾਰੀ ਰਿਸ਼ਤੇ ਨਾਤਿਆਂ 'ਚ ਤੋਰ ਦਿੰਦੀ ਹੈ ਤੇ ਅਸੀਂ ਜੀਵ ਕੋਲੂ ਦੇ ਬੈਲ ਵਾਂਗ ਘੁੰਮਣਾ ਸ਼ੁਰੂ ਕਰ ਦਿੰਦੇ ਹਾਂ। ਚੱਲੀ ਜਾਂਦੇ ਹਾਂ, ਚੱਲ ਚੱਲ ਕੇ ਥੱਕ ਜਾਂਦੇ ਹਾਂ। ਰੋਜ਼ ਉਹੀ ਪੈੜਾਂ ਭਾਵ ਉਹੀ ਸੰਸਾਰੀ ਗੱਲਾਂ ਬਾਤਾਂ, ਉਹੀ ਕਾਰ ਵਿਹਾਰ, ਉਹੀ ਚੀਜ਼ਾਂ। ਤੁਰਦਿਆਂ ਜ਼ਿੰਦਗੀ ਦੀਆਂ ਤਰਕਾਲਾਂ ਟਲ ਜਾਂਦੀਆਂ, ਹਨੇਰਾ ਪੈ ਜਾਂਦਾ ਹੈ। ਅੱਖਾਂ ਤੋਂ ਪੱਟੀ ਖੁੱਲ੍ਹਦੀ ਹੈ ਤਾਂ ਮੱਥੇ ਨੂੰ ਹੱਥ ਵੱਜਦਾ ਕਿ ਇਹ ਕੀ ਹੋਇਆ। ਸਾਰੀ ਉਮਰ ਫਿਰ ਕੇ ਥੱਕ ਗਿਆ, ਪਰ ਪੁੱਜਾ ਤਾਂ ਮੈਂ ਕਿਤੇ ਵੀ ਨਹੀਂ। ਫਿਰ ਪਛਤਾਵਾ ਹੁੰਦਾ ਏ, ਤਕਲੀਫ ਹੁੰਦੀ ਏ ਕਿ ਕਾਸ਼ ਕਿਤੇ ਅੱਖਾਂ ਤੋਂ ਪੱਟੀ ਖੋਲ ਸਫ਼ਰ ਸਿਆਣ ਲਿਆ ਹੁੰਦਾ। ਜੇ ਸੋਚਿਆ ਜਾਵੇ ਤਾਂ ਕੋਲੂ ਦੁਆਲੇ ਘੁੰਮਦਾ ਬੈਲ ਤਾਂ ਪਸ਼ੂ ਸੀ। ਉਹ ਆਪਣੀਆਂ ਅੱਖਾਂ ਤੇ ਵੱਜੀ ਪੱਟੀ ਨਹੀਂ ਸੀ ਖੋਲ ਸਕਦਾ, ਗੱਲ ਪਈ ਪੰਜਾਲੀ ਨਹੀਂ ਸੀ ਲਾ ਸਕਦਾ, ਪਰ ਅਸੀਂ ਤਾਂ ਲਾ ਸਕਦੇ ਸੀ। ਅੱਖਾਂ ਤੇ ਵੱਜੀ ਮਾਇਆ ਦੀ ਪੱਟੀ ਖੋਲ ਸਕਦੇ ਸੀ। ਫਿਰ ਅਸੀਂ ਕਿਉਂ ਇਹ ਗਲਤੀ ਕੀਤੀ? ਕਿਉਂ ਨਹੀਂ ਅਸੀਂ ਗੱਲ 'ਚੋਂ ਫਾਹੀ ਲਾਹੀ? ਤੇ ਫਿਰ ਇਹ ਕਿਉਂ ਹੀ ਝੋਰਿਆਂ ਦਾ ਬੱਦਲ ਬਣ ਸਿਰ ਤੇ ਚੜ੍ਹਦਾ ਹੈ ਤੇ ਅਖੀਰ ਇਹੀ ਪਛਤਾਵਾ ਲੈ ਬੰਦੇ ਨੂੰ ਅਗਲੇ ਬਿਖੜੇ ਹਨੇਰੇ ਰਾਹਾਂ ਤੇ ਠੇਡੇ ਠੋਰੇ ਖਾਣ ਲਈ ਤੁਰਨਾ ਪੈਂਦਾ ਹੈ, ਕਿਉਂਕਿ ਕੋਈ ਹੱਲ ਹੀ ਨਹੀਂ ਬਚਿਆ। ਹੱਲ ਕਰਨ ਦੇ ਵੇਲੇ ਹੱਲ ਨਹੀਂ ਕੀਤਾ, ਹੁਣ ਤਾਂ ਹੱਲ ਕਰਨ ਦਾ ਵਕਤ ਵੀ ਕੋਲ ਨਹੀਂ ਰਿਹਾ। ਹੁਣ ਕੀ ਹੱਲ ਹੋਣਾ? ਇਸ ਲਈ ਵਕਤ ਰਹਿੰਦੇ ਆਪਣੀ ਸਥਿਤੀ 'ਚ ਸੁਧਾਰ ਕਰੀਏ ਤੇ ਆਪਣੀਆਂ ਅੱਖਾਂ ਤੇ ਵੱਜੀ ਪੱਟੀ ਖੋਲੀਏ, ਕਿਉਂਕਿ ਅਸੀਂ ਸੰਸਾਰ 'ਚ ਸਿਰਫ ਸੰਸਾਰੀ ਹਸਰਤਾਂ ਨੂੰ, ਚਾਹਤਾਂ, ਖਵਾਇਸ਼ਾਂ, ਤ੍ਰਿਸ਼ਨਾਵਾਂ ਨੂੰ, ਸੰਸਾਰੀ ਰੰਗ ਤਮਾਸ਼ਿਆਂ ਨੂੰ ਵੇਖਣ ਲਈ ਨਹੀਂ ਆਏ। ਸਾਡੇ ਇਸ ਸੰਸਾਰ ਤੇ ਆਉਣ ਦਾ ਮਕਸਦ, ਸਾਡੇ ਇਸ ਜੀਵਨ ਦਾ ਮਨੋਰਥ ਗੁਰੂ ਗੁਰਬਾਣੀ ਕੁਝ ਹੋਰ ਬਿਆਨ ਕਰਦੀ ਹੈ। ਫੁਰਮਾਨ ਹੈ, ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿਤ ਕੋ ਫੱਕੜੇ ਸਭ ਮੁੱਕਦੀ ਚੱਲੀ ਰਹਿਣ। ਸੋ ਅਖੀਰ ਕੁਝ ਸਤਰਾਂ 'ਚ ਗੱਲ ਨਿਬੇੜਦਿਆਂ ਹੋਇਆਂ ਇੱਕੋ ਗੱਲ ਬੋਲਾਂਗੇ ਕਿ ਸਾਡਾ ਇਹ ਮਨੁੱਖਾ ਜੀਵਨ ਬਹੁਤ ਕੀਮਤੀ ਹੈ, ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਹਦੇ ਵਿੱਚ ਜੰਮ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ ਲੰਮੈ ਵਾਲੇ ਗੀੜ ਤੋਂ ਨਜਾਤ ਪਾਉਣ ਦਾ ਮੌਕਾ ਹੈ। ਇਸ ਲਈ ਤਤ ਬੰਤਰ 'ਚ ਆ, ਭਾਵ ਕਿ ਸਰੀਰ 'ਚ ਆ, ਸੰਸਾਰ 'ਚ ਆ। ਸਿਰਫ ਸੰਸਾਰ ਨੂੰ ਮੁੱਖ ਨਾ ਰੱਖੀਏ, ਬਲਕਿ ਨਿਰੰਕਾਰ ਵੱਲ, ਪਰਮ ਪਿਤਾ ਪਰਮਾਤਮਾ ਵੱਲ ਮੁੱਖ ਕਰੀਏ, ਕਿਉਂਕਿ ਸਾਡੇ ਜੀਵਨ ਦਾ ਆਧਾਰ ਆਤਮ ਰੂਪ ਕਰਕੇ ਮਾਲਕ ਸਤਿ ਸ੍ਰੀ ਅਕਾਲ ਪੁਰਖ ਸਤਿਪੁਰਖ ਪਿਤਾ ਪਰਮਾਤਮਾ ਹੈ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।